ਤੇ ਇੰਦਰਾ ਪਾਪਣ ਨੇ ਅਕਿਰਤਕਰਮਤਾ ਦੀਆਂ ਜਿਹੜੀਆਂ ਹੱਦਾਂ ਪਾਰ ਕਰਦੇ ਹੋਏ ਨੀਚ ਤੋਂ ਨੀਚ ਕਰਮ ਜੋ ਕਰ ਸਕਦੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ। ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਜਨਰਲ ਸ਼ਪੇਕ ਸਿੰਘ ਤੇ ਸਮੂਹ ਸਿੰਘ ਜਿਹੜੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਜਿਹੜਾ ਇਹ ਇੱਕ ਠੋਕਵਾਂ ਜਵਾਬ ਹਿੰਦੁਸਤਾਨ ਦੀ ਸਰਕਾਰ ਨੂੰ ਬਣਦਾ ਹੋਇਆ ਜਿਹੜਾ ਉਹ ਦਿੱਤਾ ਹੈ। ਸੋ ਉਸੇ ਤਰ੍ਹਾਂ ਭਾਈ ਬਿਆਨ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਜੀ ਨੇ ਆਪਣੀ ਜਾਨ ਦੀ ਵੀ ਬਾਜੀ ਲਾਈ ਹੈ, ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਨੇ ਤੇ ਇੰਦਰਾ ਨੂੰ ਸੋਧਾ ਲਾਇਆ। ਤੇ ਦਿੱਲੀ ਦੇ ਬਾਹਰੋਂ ਜਿਹੜੇ ਦਹਿਸ਼ਤਗਰਦ ਮੰਗਾ ਕੇ ਤੇ ਜਿਨ੍ਹਾਂ ਨੂੰ ਐਕਚੁਅਲ ਟਰਮ ਦੇ ਵਿੱਚ ਆਪਾਂ ਦਹਿਸ਼ਤਗਰਦ ਕਹਿ ਸਕਦੇ ਹਾਂ ਉਹ ਸਨ। ਇਸ ਦੀ ਇੱਜ਼ਤ ਦਾ ਲਿਹਾਜ਼ ਨਹੀਂ ਕੀਤਾ ਗਿਆ। ਛੋਟੇ ਤੋਂ ਛੋਟੇ ਬੱਚੇ ਨੂੰ ਤੇ ਬਜ਼ੁਰਗ ਤੋਂ ਬਜ਼ੁਰਗ ਜਿਹੜਾ ਕੋਈ ਸਿੱਖ ਸੀ ਉਹਨੂੰ ਟਾਇਰ ਪਾ ਕੇ ਤੇ ਸਾੜ ਦਿੱਤਾ ਗਿਆ ਕਿ ਇਹਨਾਂ ਦਹਿਸ਼ਤਗਰਦਾਂ ਨੂੰ ਇਹ ਆਖਿਆ ਗਿਆ ਸੀਗਾ ਜਿਹੜੇ ਬਾਹਰੋਂ ਮੰਗਾਏ ਗਏ ਸੀਗੇ ਕਿ ਤੁਸੀਂ ਸਿੱਖ ਧੀਆਂ ਭੈਣਾਂ ਦੇ ਰੇਪ ਕਰਕੇ ਇਹ ਕਹਿਣਾ ਕਿ ਜੀ ਅਸੀਂ ਸ਼ੁੱਧੀਕਰਨ ਕਰ ਰਹੇ ਹਾਂ। ਤੇ ਉਹ ਜ਼ਖਮ ਅੱਜ ਵੀ ਅੱਲੇ ਦੇ ਅੱਲੇ ਪਏ ਨੇ, ਉਹ ਭਾਵੇਂ ਜੂਨ 84 ਦੇ ਹੋਣ ਤੇ ਭਾਵੇਂ ਉਹ ਨਵੰਬਰ 84 ਦੇ ਹੋਣ। ਨਵੰਬਰ 1984 ਨੂੰ ਦਿੱਲੀ ਵਿੱਚ ਹੋਈ ਸਿੱਖ ਨਸਲਕੁਸ਼ੀ ਨੂੰ ਚਾਹੇ 38 ਵਰ੍ਹੇ ਹੋ ਗਏ ਹਨ, ਲੇਕਿਨ ਜਦੋਂ ਵੀ ਨਵੰਬਰ ਦਾ ਮਹੀਨਾ ਆਉਂਦਾ ਹੈ ਤਾਂ ਸਿੱਖਾਂ ਦੇ ਜ਼ਖਮ ਦੁਬਾਰਾ ਜਿਹੜੇ ਆ ਅੱਲੇ ਹੋ ਜਾਂਦੇ ਆ। ਸੋ ਇਸ ਵਾਰ ਨਵੰਬਰ ਦੇ ਵਿੱਚ ਜਿੱਥੇ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਨਸਲਕੁਸ਼ੀ ਦੀ ਯਾਦ ਵਿੱਚ ਜਿਹੜਾ ਸਮਾਗਮ ਕਰਵਾਏ ਜਾ ਰਹੇ ਆ, ਸ਼ਹੀਦਾਂ ਦੇ ਲਈ ਜਿਹੜੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਦੂਸਰੇ ਪਾਸੇ ਸਾਡੇ ਨਾਲ ਕੰਵਰ ਚੜਤ ਸਿੰਘ ਹੁਣੀ ਮੌਜੂਦ ਹੈ। ਗੱਲਬਾਤ ਕਰਦੇ ਹਾਂ ਇਸ ਬਾਰੇ। ਭਾਈ ਸਾਹਿਬ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਕੀ ਪ੍ਰਤੀਕਿਰਿਆ ਰਹੇਗੀ 1 ਨਵੰਬਰ 1984 ਵਿੱਚ ਵਾਪਰੇ ਦੁਖਾਂਤ ਨੂੰ ਲੈ ਕੇ? ਦੇਖੋ, ਜੋ ਘਟਨਾਕ੍ਰਮ ਚੱਲਿਆ 1984 ਜੂਨ ਤੋਂ ਲੈ ਕੇ ਤੇ ਇੰਦਰਾ ਪਾਪਣ ਨੇ ਅਕਿਰਤਕਰਮਤਾ ਦੀਆਂ ਜਿਹੜੀਆਂ ਹੱਦਾਂ ਪਾਰ ਕਰਦੇ ਹੋਏ ਨੀਚ ਤੋਂ ਨੀਚ ਕਰਮ ਜੋ ਕਰ ਸਕਦੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ। ਤੇ ਸਿੱਖ ਕੌਮ ਦੇ ਜਿਹੜੇ ਸੂਰਮੇ ਜਰਨੈਲ ਸਨ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ, ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਬਾਬਾ ਠਾਰਾ ਸਿੰਘ ਜੀ, ਜਨਰਲ ਸ਼ਪੇਕ ਸਿੰਘ ਤੇ ਸਮੂਹ ਸਿੰਘ ਜਿਹੜੇ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਜਿਹੜਾ ਇਹ ਇੱਕ ਠੋਕਵਾਂ ਜਵਾਬ ਹਿੰਦੁਸਤਾਨ ਦੀ ਸਰਕਾਰ ਨੂੰ ਬਣਦਾ ਹੋਇਆ ਜਿਹੜਾ ਉਹ ਦਿੱਤਾ ਹੈ। ਉਸ ਤੋਂ ਬਾਅਦ ਇਤਿਹਾਸ ਗਵਾਹ ਹੈ ਕਿ ਸਮੇਂ-ਸਮੇਂ ਤੇ ਭਾਵੇਂ ਅਬਦਾਲੀ ਵਰਗੇ ਆ ਗਏ, ਜਿਹੜੇ ਮਰਜ਼ੀ ਆ ਗਏ, ਜਿਨ੍ਹਾਂ ਨੇ ਸਿੱਖ ਕੌਮ ਦੇ ਜਿਹੜੇ ਧੁਰਾ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਕੁਝ ਸਮਾਂ ਪਾ ਕੇ ਆਪ ਮਿਟ ਗਏ। ਸੋ ਉਸੇ ਤਰ੍ਹਾਂ ਭਾਈ ਬਿਆਨ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਜੀ ਨੇ ਆਪਣੀ ਜਾਨ ਦੀ ਵੀ ਬਾਜੀ ਲਾਈ ਹੈ, ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਨੇ ਤੇ ਇੰਦਰਾ ਨੂੰ ਸੋਧਾ ਲਾਇਆ ਜਿਹੜਾ ਬਣਦਾ ਸੀ। ਪਰ ਉਸ ਤੋਂ ਬਾਅਦ ਸਰਕਾਰ ਨੇ ਹੋਰ ਇੱਕ ਨੀਚ ਕਰਮ ਕੀਤਾ। ਰਾਜੀਵ ਗਾਂਧੀ ਦੇ ਰੂਪ ਦੇ ਵਿੱਚ ਉਹ ਆਇਆ ਤੇ ਦਿੱਲੀ ਦੇ ਬਾਹਰੋਂ ਜਿਹੜੇ ਦਹਿਸ਼ਤਗਰਦ ਮੰਗਾ ਕੇ ਤੇ ਜਿਨ੍ਹਾਂ ਨੂੰ ਐਕਚੁਅਲ ਟਰਮ ਦੇ ਵਿੱਚ ਆਪਾਂ ਦਹਿਸ਼ਤਗਰਦ ਕਹਿ ਸਕਦੇ ਹਾਂ ਉਹ ਸਨ। ਤੇ ਉਹਨਾਂ ਨੇ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਪਹਿਲਾਂ ਤਾਂ ਕਰਾਸ ਲਾ ਕੇ ਜਾਂਦੇ ਸਨ ਇੱਕ ਦਿਨ ਪਹਿਲਾਂ ਕਿ ਇਸ ਘਰ ਦੇ ਵਿੱਚ ਸਿੱਖ ਰਹਿੰਦੇ ਨੇ ਤੇ ਇਹਨਾਂ ਨੂੰ ਜਿਹੜਾ ਇਹ ਉਹ ਮਾਰ ਦਿੱਤਾ ਜਾਵੇਗਾ ਅਗਲੇ ਦਿਨ, ਆਉਣ ਵਾਲੇ ਦਿਨ। ਤੇ ਕੋਈ ਧੀ ਭੈਣ ਦਾ ਲਿਹਾਜ਼ ਨਹੀਂ ਕੀਤਾ ਗਿਆ, ਕਿਸੇ ਦੀ ਇੱਜ਼ਤ ਦਾ ਲਿਹਾਜ਼ ਨਹੀਂ ਕੀਤਾ ਗਿਆ। ਛੋਟੇ ਤੋਂ ਛੋਟੇ ਬੱਚੇ ਨੂੰ ਤੇ ਬਜ਼ੁਰਗ ਤੋਂ ਬਜ਼ੁਰਗ ਜਿਹੜਾ ਕੋਈ ਸਿੱਖ ਸੀ ਉਹਨੂੰ ਟਾਇਰ ਪਾ ਕੇ ਤੇ ਸਾੜ ਦਿੱਤਾ ਗਿਆ, ਤੇਲ ਪਾ ਕੇ ਸਾੜ ਦਿੱਤਾ ਗਿਆ। ਧੀਆਂ ਭੈਣਾਂ ਦੀ ਜਿਹੜੀ ਆ ਬੇਪੱਤੀ ਕੀਤੀ ਗਈ। ਤੇ ਸਭ ਤੋਂ ਜਿਹੜੀ ਮੈਂ ਨੀਚ, ਘਿਨਾਉਣੀ, ਗੰਦੀ ਹਰਕਤ ਜਿਹੜੀ ਆਖ ਸਕਦਾ ਇੰਡੀਅਨ ਸਟੇਟ ਦੀ, ਉਹ ਇਹ ਸੀਗੀ ਕਿ ਇਹਨਾਂ ਦਹਿਸ਼ਤਗਰਦਾਂ ਨੂੰ ਇਹ ਆਖਿਆ ਗਿਆ ਸੀਗਾ ਜਿਹੜੇ ਬਾਹਰੋਂ ਮੰਗਾਏ ਗਏ ਸੀਗੇ ਕਿ ਤੁਸੀਂ ਸਿੱਖ ਧੀਆਂ ਭੈਣਾਂ ਦੇ ਰੇਪ ਕਰਕੇ ਇਹ ਕਹਿਣਾ ਕਿ ਜੀ ਅਸੀਂ ਸ਼ੁੱਧੀਕਰਨ ਕਰ ਰਹੇ ਹਾਂ। ਆਹ ਸੈਕੂਲਰ ਸੋਚ ਜਿਹੜੀ ਆ ਨੰਗੀ ਹੋਈ ਹੈ ਇੰਡੀਅਨ ਸਰਕਾਰ ਦੀ, ਹਿੰਦੁਸਤਾਨ ਦੀ ਸਰਕਾਰ ਦੀ। ਤੇ ਜਦੋਂ ਉਹਨਾਂ ਪਰਿਵਾਰਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ ਜਿਨ੍ਹਾਂ ਨੇ ਅੱਖੀਂ ਵੇਖਿਆ ਹੈ ਤੇ ਉਹ ਜ਼ਖਮ ਅੱਜ ਵੀ ਅੱਲੇ ਦੇ ਅੱਲੇ ਪਏ ਨੇ, ਉਹ ਭਾਵੇਂ ਜੂਨ 84 ਦੇ ਹੋਣ ਤੇ ਭਾਵੇਂ ਉਹ ਨਵੰਬਰ 84 ਦੇ ਹੋਣ। ਸੋ ਜੋ ਘਿਨਾਉਣੀ ਕਰਤੂਤ ਉਹ ਸਾਹਮਣੇ ਆ ਗਈ ਹੈ ਸਰਕਾਰ ਦੀ। ਅੱਜ ਵਿਸ਼ਵ ਸ਼ਕਤੀ ਦੇ ਜਿਹੜੇ ਸੈਨੇਟਰ ਨੇ, USA ਦੇ ਸੈਨੇਟਰ ਪੈਟ ਟੂਮੀ, ਪਿੱਛੇ ਜੇ ਉਹਨਾਂ ਦਾ ਬਿਆਨ ਆਇਆ ਸੀ ਕਿ ਇਹ ਇੱਕ ਕਾਲਾ ਧੱਬਾ ਇੰਡੀਅਨ ਸਟੇਟ ਦੇ ਮੱਥੇ ਤੇ ਜਿਹੜਾ ਮੜਿਆ ਗਿਆ, ਇਹਨੂੰ ਕੋਈ ਮਿਟਾ ਨਹੀਂ ਸਕਦਾ ਤੇ ਇਹਨੂੰ ਹੁਣ ਇਸੇ ਦੇ ਨਾਲ ਜਿਹੜਾ ਜਿਉਣਾ ਪਊਗਾ। ਅੱਜ ਸਾਰੀ ਵਿਸ਼ਵ ਜਿਹੜਾ ਇਹ ਦੁਨੀਆ ਜਿਹੜੀ ਆ ਮੰਨਦੀ ਹੈ ਕਿ ਇਹ ਇੱਕ ਗੰਦੀ ਨੀਤ ਦੇ ਨਾਲ ਕੀਤਾ ਹੋਇਆ, ਇੱਕ ਜੈਨੋਸਾਈਡ ਸੀਗਾ ਇਹ। ਕੋਈ ਅਸੀਂ ਕਈ ਵਾਰੀ ਆਖ ਦਿੰਦੇ ਹਾਂ ਕਿ ਦੰਗੇ ਸੀਗੇ। ਦੰਗੇ ਉਦੋਂ ਹੁੰਦੇ ਆ ਜਦੋਂ ਦੋ ਕਮਿਊਨਿਟੀਆਂ ਦੇ ਵਿੱਚ ਜਿਹੜੀ ਲੜਾਈ ਹੁੰਦੀ ਆ, ਜਦੋਂ ਇੱਕ ਕਮਿਊਨਿਟੀ ਦਾ, ਇੱਕ ਧਰਮ ਦਾ, ਇੱਕ ਕਹਿ ਲਓ ਕਿ ਰੇਸ ਦਾ ਖੁਰਾ ਖੋਜ ਮਕਾਉਣ ਨੂੰ ਤੇ ਹਮਲਾ ਕਰ ਦਿੱਤਾ ਜਾਵੇ, ਬੇਗੁਨਾਹਾਂ ਨੂੰ ਮਾਰ ਦਿੱਤਾ ਜਾਵੇ, ਜਿਨ੍ਹਾਂ ਨਾਲ ਨਿੱਜੀ ਰੰਜਿਸ਼ ਕੋਈ ਨਾ ਹੋਵੇ, ਪਰ
ਉਹ ਜਿਹੜੀ ਨਸਲਕੁਸ਼ੀ ਕਰਨ ਦੇ ਲਈ ਹਮਲਾ ਕਰ ਦਿੱਤਾ ਜਾਵੇ, ਫਿਰ ਉਹਨੂੰ ਆਪਾਂ ਇੱਕ ਟਰਮ ਜਿਹੜੀ ਹੈ UN ਨੇ ਵੀ ਜਿਹੜੀ ਡਿਫਾਈਨ ਕਰਕੇ ਤੇ ਉਹ ਜੈਨੋਸਾਈਡ ਦਿੱਤੀ ਹੈ, ਤੇ ਜੈਨੋਸਾਈਡ ਹੋਇਆ। ਜੀ ਜੀ ਚੜ ਸਿੰਘ ਜੀ, ਤੁਹਾਡਾ ਕਹਿਣਾ ਕਿ ਇੱਕ ਉਹ ਕਾਲਾ ਦੌਰ ਸੀ, ਇੱਕ ਕਾਲਾ ਧੱਬਾ ਸੀ ਜਿਹੜਾ ਸਿੱਖਾਂ ਦੇ ਉੱਪਰ ਬਿਲਕੁਲ ਹੈ ਲੱਗਾ ਜੀ। ਲੇਕਿਨ ਕੁਝ ਵਿਅਕਤੀਆਂ ਦਾ ਬਿਆਨ ਸਾਹਮਣੇ ਆ ਰਹੇ, ਕਹਿੰਦੇ 1984 ਜਿਹੜੀ ਉਹ ਇੱਕ ਸੁਨਹਿਰੀ ਦੌਰ ਸੀ। ਵੇਖੋ ਜੀ, ਆਪੋ ਆਪਣਾ ਜੋ ਨਜ਼ਰੀਆ ਹੈ, ਆਪੋ ਆਪਣੀ ਵਿਚਾਰਧਾਰਾ ਹੈ, ਕੋਈ ਜਿਹਦੀ ਜਿਵੇਂ ਦੀ ਸੋਚ ਆ ਉਹ ਉਂਝ ਕਹਿ ਸਕਦੇ ਆ। ਵੇਖੋ, ਜਿਹੜੇ ਪਰਿਵਾਰਾਂ ਨੇ ਸੰਘਰਸ਼ ਕੀਤਾ ਵਾ, ਜਿਨ੍ਹਾਂ ਦੇ ਮੈਂਬਰ ਸ਼ਹੀਦ ਹੋਏ ਨੇ, ਜਿਨ੍ਹਾਂ ਦੇ ਮੈਂਬਰਾਂ ਦੇ ਗਲਾਂ 'ਚ ਟਾਇਰ ਪਾ ਸਾੜਿਆ ਗਿਆ, ਜਿਨ੍ਹਾਂ ਦੀ ਧੀਆਂ ਭੈਣਾਂ ਦੀ ਬੇਪੱਤੀ ਕੀਤੀ ਗਈ, ਉਹਨਾਂ ਨੂੰ ਪੁੱਛ ਕੇ ਵੇਖੋ ਕਿਹੜਾ ਦੌਰ ਸੀ। ਵੇਖੋ, ਜਿਹੜੀ ਘੱਲੂਘਾਰਾ ਟਰਮ ਹੁੰਦੀ ਆ ਨਾ, ਉਹ ਭਾਵੇਂ ਆਪਾਂ ਛੋਟਾ ਘੱਲੂਘਾਰਾ ਵੇਖ ਲਈਏ, ਵੱਡਾ ਘੱਲੂਘਾਰਾ ਵੇਖ ਲਈਏ, ਤੇ 84 ਵਾਲਾ ਆਪਾਂ ਤਿੰਨ ਨੂੰ ਜਿਹੜੇ ਮੇਨ ਜਾਣਦੇ ਆ, ਇਤਿਹਾਸ 'ਚ ਜ਼ਿਕਰ ਕਰਦੇ ਆ ਆਪਾਂ, ਤੇ ਉਹਨਾਂ ਨੂੰ ਘੱਲੂਘਾਰਾ ਕਿਸੇ ਕਾਰਨ ਲਈ ਹੀ ਕਿਹਾ ਜਾਂਦਾ ਹੈ। ਸੋ ਘੱਲੂਘਾਰਾ ਸੀ। ਤੇ ਦੂਸਰੀ ਗੱਲ ਹੈ ਕਿ ਇਹ ਸਰਕਾਰ ਦੀ ਇੱਕ ਕਰਤੂਤ ਇਹ ਵੀ ਹੈ ਕਿ UN ਦੇ ਵਿੱਚ ਜੈਨੋਸਾਈਡ ਕਨਵੈਨਸ਼ਨ ਜਦੋਂ ਹੋਈ ਹੈ, ਉਹਦੇ ਵਿੱਚ ਲਿਖਿਆ ਗਿਆ ਹੈ ਕਿ ਜਿਨ੍ਹਾਂ ਨੇ ਇਹਦੇ ਵਿੱਚ ਆਪਣੇ ਦਸਤਖਤ ਕਰਨੇ ਨੇ, ਉਹ ਨਾ ਤਾਂ ਕੋਈ ਨਸਲਕੁਸ਼ੀ ਕਰਨਗੇ, ਤੇ ਜੇ ਕਰਨਗੇ, ਕਿਤੇ ਕਰਦੇ ਆ, ਤੇ ਉਹਦੀ ਜਿਹੜੀ ਬਣਦੀ ਸਜ਼ਾ ਜਿਹੜੀ ਆ ਉਹ ਦੋਸ਼ੀਆਂ ਨੂੰ ਦਿੱਤੀ ਜਾਵੇਗੀ। ਦੋਵੇਂ ਚੀਜ਼ਾਂ ਦਾ ਉਲੰਘਣਾ ਜਿਹੜੀ ਆ ਉਹ ਕੀਤੀ ਗਈ। ਦੂਸਰੀ ਗੱਲ ਹੈ ਕਿ ਬਾਹਰ ਦੇ ਜਿਹੜੇ ਲੇਖਕ ਨੇ, ਮੈਂ ਉਦਾਹਰਨ ਦੇ ਤੌਰ ਤੇ ਜੋਇਸ ਪੈਟੀਗਰੂ ਦਾ ਨਾਮ ਲਵਾਂ, ਬੀਬੀ ਹੈ ਬਾਹਰ ਦੀ, ਜਿਹਨੇ ਇਹ ਸਾਰਾ ਦੌਰ ਵੇਖਿਆ, ਵਾਚ ਕੀਤਾ, ਅਬਜ਼ਰਵ ਕਰਕੇ ਦੋਵਾਂ ਧਿਰਾਂ ਦੀ ਸੁਣ ਕੇ, ਤੇ ਇਹ ਗੱਲ ਆਖੀ ਉਹਨੇ ਆਪਣੀ ਕਿਤਾਬ ਦੇ ਵਿੱਚ ਕਿ ਇਹ ਕੋਈ ਗਿਣੀ ਮਿਥੀ ਸਾਜ਼ਿਸ਼ ਸੀਗੀ ਕਿ ਸਿੱਖਾਂ ਦੇ ਮਨਾਂ ਦੇ ਵਿੱਚ ਇੱਕ ਡਰ ਬਿਠਾ ਦਿੱਤਾ ਜਾਵੇ, ਸਿੱਖਾਂ ਦੀਆਂ ਭਾਵਨਾਵਾਂ ਨੂੰ, ਸਿੱਖਾਂ ਦੇ ਸੱਭਿਆਚਾਰ ਨੂੰ ਤੇ ਧਰਮ ਨੂੰ ਖਤਮ ਕਰਨ ਦੇ ਲਈ ਜਿਹੜਾ 1984 ਦਾ ਹਮਲਾ ਕੀਤਾ ਗਿਆ ਸੀਗਾ। ਤੇ ਨਵੰਬਰ ਦੇ ਵਿੱਚ ਵੀ ਜੋ ਹੋਇਆ ਉਹ ਉਸੇ ਦੀ ਹੀ ਐਕਸਟੈਂਸ਼ਨ ਸੀ। ਸੋ ਜਿੱਧਰ ਤੱਕ ਦੌਰ ਦੀ ਗੱਲ ਆਉਂਦੀ ਹੈ, ਕੋਈ ਕਹਿ ਸਕਦਾ ਹੈ ਆਪਣੀ ਸੋਚ ਦੇ ਹਿਸਾਬ ਦੇ ਨਾਲ, ਤੇ ਹੱਕ ਹੈ ਸਾਰਿਆਂ ਨੂੰ ਆਪੋ ਆਪਣੀ ਗੱਲ ਰੱਖਣ ਦਾ। ਜਿੱਥੇ ਤੱਕ ਮੇਰਾ ਵਿਚਾਰ ਆਉਂਦਾ ਹੈ, ਉਹ ਇਹ ਕਹਿੰਦੇ ਆ ਕਿ ਜਿਨ੍ਹਾਂ ਨੇ ਤਾਂ ਸ਼ਹੀਦੀਆਂ ਕਰਵਾਈਆਂ ਨੇ ਪਰਿਵਾਰਾਂ ਨੇ, ਤੇ ਉਹ ਤਾਂ ਨਹੀਂ ਕਹਿ ਸਕਦੇ ਕਿ ਜੀ ਸੁਨਹਿਰਾ ਦੌਰ ਸੀਗਾ। ਅੱਜ ਵੀ ਪਰਿਵਾਰ ਜਿਹੜੇ ਉਹਨਾਂ ਨਾਲ ਗੱਲ ਕਰ ਲਓ ਤੇ ਅੱਖਾਂ ਦੇ ਵਿੱਚ ਉਸੇ ਵੇਲੇ ਹੰਝੂ ਭਰ ਆਉਂਦੇ ਨੇ। ਜੀ ਚੜ ਸਿੰਘ ਜੀ, ਤੁਹਾਡੇ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਸ਼ਹੀਦੀਆਂ ਪਈਆਂ ਜੂਨ 1984 ਵਿੱਚ। ਤਾਂ ਤੁਹਾਡੇ ਘਰਾਂ ਦੇ ਵਿੱਚ ਉਸ ਸਮੇਂ ਕਿਹੋ ਜਿਹਾ ਮਾਹੌਲ ਸੀ? ਤੁਸੀਂ ਆਪਣੇ ਪਰਿਵਾਰਿਕ ਮੈਂਬਰਾਂ ਤੋਂ ਜਾਂ ਵੱਡਿਆਂ ਤੋਂ ਸੁਣਿਆ ਹੋਏਗਾ ਕਿ ਬਾਅਦ ਵਿੱਚ ਪਰਿਵਾਰ ਦੇ ਨਾਲ ਕਿਸ ਤਰੀਕੇ ਦਾ ਤਸ਼ੱਦਦ ਜਿਹੜਾ ਉਹ ਢਾਇਆ ਗਿਆ ਸੀ। ਪਰਿਵਾਰ ਤਾਂ ਜੀ ਜਿਹੜਾ ਮਿਲਦਾ ਸੀ ਮਾਰ ਦਿੰਦੇ ਸੀ, ਤੇ ਜਾਂ ਤਸ਼ੱਦਦ ਕਰਦੇ ਸੀ, ਜਾਂ ਇਨਫੋਰਮੇਸ਼ਨ ਦੇ ਲਈ ਟਾਰਚਰ ਕਰਦੇ ਸੀ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ, ਅਮਰ ਸ਼ਹੀਦ ਸਤਿਕਾਰਯੋਗ ਤਾਇਆ ਜੀ, ਉਹ ਵੀ ਸ਼ਹਾਦਤ ਦਾ ਜਾਮ ਪੀ ਗਏ, ਨਾਲ ਅਨੇਕਾਂ ਹੋਰ ਸਿੰਘ ਪੀ ਗਏ। ਜੇ ਦਾਦਿਆਂ ਬਾਬਿਆਂ ਨੂੰ ਲਾ ਕੇ ਦਸੀਏ ਤਾਂ ਸਾਡੇ ਪਰਿਵਾਰ ਦੇ 18 ਮੈਂਬਰ ਸ਼ਹੀਦ ਹੋਏ ਨੇ। ਸੋ ਜਦੋਂ ਉਹ ਪਰਿਵਾਰਾਂ ਨਾਲ ਆਪਾਂ ਗੱਲ ਕਰਦੇ ਹਾਂ, ਸਾਡਾ ਆਪਣਾ ਪਰਿਵਾਰ ਹੈ, ਜਾਂ ਮੈਂ ਪਿਤਾ ਜੀ ਤੋਂ ਪੁੱਛਦਾ ਜਿਨ੍ਹਾਂ ਨੇ 8 ਸਾਲ ਜਿਹੜੀ ਜੇਲ੍ਹ ਕੱਟੀ ਹੈ, ਟੈਰੋਗੇਸ਼ਨਾਂ ਝੱਲੀਆਂ, ਕੁੱਟਾਂ ਮਾਰਾਂ ਖਾਧੀਆਂ ਨੇ, ਤੇ ਸਰਕਾਰ ਦਾ ਜਿਹੜਾ ਤਸ਼ੱਦਦ ਵੀ ਸਿਆ ਹੈ, ਤੇ ਉਹਨਾਂ ਨਾਲ ਜਦੋਂ ਗੱਲ ਕਰਦੇ ਆ ਤੇ ਉਹ ਨਾਲੋਂ ਜ਼ਿਆਦਾ ਭਿਅੰਕਰ ਦੌਰ ਕੋਈ ਨਹੀਂ ਸੀ। ਸੋ ਉਹ ਤਾਂ ਜਿਹੜੇ ਪਰਿਵਾਰਾਂ ਨੇ ਸੰਘਰਸ਼ ਹੰਢਾਏ ਨੇ, ਸ਼ਹੀਦੀਆਂ ਜਿਹੜੇ ਪਰਿਵਾਰਾਂ ਨੇ ਦਿੱਤੀਆਂ ਨੇ, ਜਾਂ ਧਰਮੀ ਫੌਜੀ ਨੇ ਉਹਨਾਂ ਦੇ ਪਰਿਵਾਰ ਨੇ, ਜਾਂ ਜਿਨ੍ਹਾਂ ਨੇ ਜੇਲ੍ਹਾਂ ਕੱਟੀਆਂ ਨੇ, ਟੈਰੋਗੇਸ਼ਨਾਂ ਝੱਲੀਆਂ, ਕੁੱਟਾਂ ਮਾਰਾਂ ਖਾਧੀਆਂ ਨੇ, ਉਹਨਾਂ ਨੂੰ ਪਤਾ ਉਹ ਕਿਹਦਾ ਦੌਰ ਹੈ। ਤੇ ਉਹਨਾਂ ਦੇ ਜ਼ਬਾਨ ਤੇ ਜਦੋਂ ਉਸ ਦੌਰ ਦੀ ਆਪਾਂ ਗੱਲ ਕਰਦੇ ਹਾਂ, ਜਾਂ ਤਾਂ ਉਹ ਗੱਲ ਕਰਦੇ ਘੱਟ ਨੇ, ਤੇ ਜਾਂ ਕਹਿੰਦੇ ਨੇ ਕਿ ਬੜਾ ਕਾਲਾ ਦੌਰ ਸੀਗਾ, ਇਹਦੇ ਵਰਗਾ ਜਿਹੜਾ ਇਹ ਸਮਾਂ ਅਸੀਂ ਫਿਰ ਜਿਹੜਾ ਨਹੀਂ ਵੇਖਣਾ ਚਾਹੁੰਦੇ। ਜੀ ਨਵੰਬਰ 1984 ਦੀ ਗੱਲ ਕਰੀਏ ਤਾਂ ਬਹੁਤ ਸਾਰੇ ਪਰਿਵਾਰਾਂ ਦੀ ਜਿਹੜੀ ਉੱਥੇ ਦਿੱਲੀ ਦੇ ਵਿੱਚ ਨਸਲਕੁਸ਼ੀ ਹੋਈ। ਬਾਅਦ ਵਿੱਚ ਉਹਨਾਂ ਪਰਿਵਾਰਾਂ ਨੂੰ ਅੰਮ੍ਰਿਤਸਰ ਵਿੱਚ ਤਰਨਤਾਰਨ ਰੋਡ ਤੇ ਲਿਆ ਕੇ ਰੱਖਿਆ ਗਿਆ। ਹਜੇ ਤੱਕ ਉਹਨਾਂ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਿਆ। ਬਹੁਤ ਸਾਰੇ ਰਾਜਨੀਤਿਕ ਲੀਡਰ ਆਉਂਦੇ, ਉੱਥੇ ਰਾਜਨੀਤੀ ਹੁੰਦੀ ਹੈ। ਪਰਿਵਾਰਾਂ ਨਾਲ ਜਦੋਂ ਗੱਲਬਾਤ ਕਰਦੇ ਹੋ, ਕਹਿੰਦੇ ਸਾਡੀ ਅੱਜ ਤੱਕ ਕਿਸੇ ਨੇ ਸਾਰ ਨਹੀਂ ਲਈ, ਲੇਕਿਨ ਸਾਨੂੰ ਵਰਤ ਕੇ ਲੋਕ ਆਪਣਾ ਆਪ ਬਣਾ ਗਏ। ਵੇਖੋ, ਜਦੋਂ ਹੁਣ 10ਵੀਂ ਫੈਡਰੇਸ਼ਨ ਦੀ ਟੀਮ ਦੇ ਨਾਲ ਸਕੂਲਾਂ ਦੇ ਵਿੱਚ ਵਿਚਰਦੇ ਹਾਂ ਅਸੀਂ, ਜਾਂ ਇਲਾਕੇ ਦੇ ਵਿੱਚ ਵਿਚਰਦੇ ਹਾਂ, ਤੇ ਕਾਫੀ ਸ਼ਹੀਦ ਪਰਿਵਾਰਾਂ ਦੇ ਜਾਂ ਧਰਮੀ ਫੌਜੀਆਂ ਦੇ ਬੱਚੇ ਸਾਨੂੰ ਮਿਲਦੇ ਆ, ਗਾਂ ਉਹਨਾਂ ਦੀ ਕੋਈ ਪੀੜ੍ਹੀ ਮਿਲਦੀ ਆ, ਤੇ ਫਿਰ ਉਹਨਾਂ ਪਰਿਵਾਰਾਂ ਨਾਲ ਵੀ ਮੁਲਾਕਾਤ ਕਰਨ ਦੇ ਯਤਨ ਕਰੀਦੇ ਆ। ਮੈਂ ਸਮਝਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਐਸੇ ਪਰਿਵਾਰ ਜਿਨ੍ਹਾਂ ਨੇ ਸਿੱਖ ਕੌਮ ਲਈ ਸੰਘਰਸ਼ ਕੀਤਾ ਹੋਵੇ, ਜਿਨ੍ਹਾਂ ਨੇ ਸੰਤਾਪ ਹੰਢਾਇਆ ਹੋਵੇ, ਉਹਨਾਂ ਦੀ ਸਾਰ ਲੈਣੀ ਚਾਹੀਦੀ ਹੈ। ਤੇ ਜੋ ਵੀ ਆਪਾਂ ਉਹਨਾਂ ਦੀ ਜਿਹੜੀ ਗੱਲ ਅੱਗੇ ਰੱਖ ਸਕਦੇ ਹਾਂ, ਜੋ ਉਹਨਾਂ ਦੇ ਬਣਦੇ ਹੱਕ ਨੇ, ਜੋ ਉਹਨਾਂ ਦੀ ਮੱਤ ਆਪਾਂ ਕਰ ਸਕਦੇ ਹਾਂ, ਇਹ ਕੀਤੀ ਇੱਕ ਪਲੇਟਫਾਰਮ ਤੇ ਆ ਕੇ ਜਾਣੀ ਹੈ। ਜੇ ਆਪਾਂ ਸੋਚਾਂਗੇ ਕਿ ਇੰਡੀਅਨ ਸਟੇਟ ਉਹਨਾਂ ਨੂੰ ਇਨਸਾਫ ਦੇਊਗੀ, ਤੇ ਫਿਰ ਉਹ ਸਾਡਾ ਬਹੁਤ ਵੱਡਾ ਇੱਕ ਭੁਲੇਖਾ ਵਾ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਸਾਡੀ ਜ਼ਿੰਮੇਵਾਰੀ ਬਣਦੀ ਹੈ। ਜਿਨ੍ਹਾਂ ਨੇ ਤਾਂ ਸੰਘਰਸ਼ ਕੀਤਾ ਉਹਨਾਂ ਦੀ ਵੀ ਬਣਦੀ ਹੈ, ਜਿਨ੍ਹਾਂ ਨੇ ਨਹੀਂ, ਜਿਹੜੇ ਉਸ ਸੰਘਰਸ਼ ਤੋਂ ਪਾਸੇ ਰਹੇ ਨੇ, ਤੇ ਉਹਨਾਂ ਦੀ ਸਗੋਂ ਜ਼ਿਆਦਾ ਬਣਦੀ ਆ ਕਿ ਉਹਨਾਂ ਪਰਿਵਾਰਾਂ ਦੀ ਸਾਰ ਲੈਣੀ ਤੇ ਉਹਨਾਂ ਦੇ ਹੱਕ ਦੇ ਵਿੱਚ ਖੜਨਾ ਜਿਨ੍ਹਾਂ ਨੇ ਸੰਘਰਸ਼ ਕੀਤਾ, ਸ਼ਹੀਦੀਆਂ ਕੁਰਬਾਨੀਆਂ ਕੀਤੀਆਂ ਨੇ।
ਜੀ ਚੜ੍ਹ ਸਿੰਘ ਜੀ, ਹਮੇਸ਼ਾ ਹੀ ਕੇਂਦਰ ਦੇ ਨਾਲ ਸਿੱਖ ਕੌਮ ਮੱਥਾ ਲਾਉਂਦੀ ਰਹੀ ਹੈ। ਕਈ ਵਾਰੀ ਜਿਹੜਾ ਹੈ ਜਿੱਤ ਵੀ ਦਿੱਲੀ ਤੋਂ ਪ੍ਰਾਪਤ ਕੀਤੀ ਹੈ ਸਿੱਖ ਕੌਮ ਨੇ। ਕੀ ਲੱਗਦਾ ਕਿ ਹਮੇਸ਼ਾ ਸ਼ਾਸਤਰਾਂ ਦੇ ਨਾਲ ਹੀ ਦਿੱਲੀ ਨਾਲ ਮੱਥਾ ਲਾਇਆ ਜਾ ਸਕਦਾ, ਜਾਂ ਇਸ ਤੋਂ ਇਲਾਵਾ ਵੀ ਹੋਰ ਕੋਈ ਹੱਲ ਹੈਗਾ? ਵੇਖੋ, ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇੱਕ ਸਾਂਝਾ ਪਲੇਟਫਾਰਮ, ਫਿਰ ਤੋਂ ਮੈਂ ਉਹੀ ਬੇਨਤੀ ਕਰਦਾ ਕਿ ਏਕਾ ਕਰਨਾ ਪਊਗਾ ਪੰਥ ਦੇ ਵਿੱਚ, ਤੇ ਫਿਰ ਜਿਹੜੀ ਆ ਅਸੀਂ ਟੇਬਲ ਟਾਕ ਦਿੱਲੀ ਦੇ ਨਾਲ ਕਰ ਸਕਦੇ ਹਾਂ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਵੀ ਇਹੀ ਮਕਸਦ ਹੁੰਦਾ ਹੈ ਕਿ ਇੱਕ ਸੁਹਿਰਦ ਸਿੱਖ ਨੌਜਵਾਨ ਜਿਹੜੀ ਲੀਡਰਸ਼ਿਪ, ਭਾਵੇਂ ਉਹ ਸਮਾਜਿਕ ਲੀਡਰਸ਼ਿਪ ਹੋਵੇ, ਧਾਰਮਿਕ ਲੀਡਰਸ਼ਿਪ ਹੋਵੇ, ਰਾਜਨੀਤਿਕ ਲੀਡਰਸ਼ਿਪ ਹੋਵੇ, ਸੋ ਪਹਿਲਾਂ ਧਰਮ ਦੀ ਗੱਲ ਕਰਨ ਵਾਲੇ ਤੇ ਪੰਜਾਬ ਦੀ ਗੱਲ ਕਰਨ ਵਾਲੇ ਜਿਹੜੇ ਨੌਜਵਾਨ, ਉਹਨਾਂ ਨੂੰ ਤਿਆਰ ਕਰ ਲਿਆ ਜਾਵੇ, ਤੇ ਫਿਰ ਅਸੀਂ ਜਿਹੜੀ ਹੈ ਸੈਂਟਰ ਨਾਲ ਵੀ ਗੱਲ ਕਰ ਸਕਦੇ ਹਾਂ। ਦੂਸਰੀ ਗੱਲ ਆ ਗਈ ਕਿ ਆਪਾਂ ਸ਼ਸਤਰ ਨਾਲ ਲੜਨਾ ਕਿ ਕਿਵੇਂ ਲੜਨਾ, ਉਹ ਸਮੇਂ ਦੀ ਜਿਹੜੀ ਹੈ ਸਮਝ ਰੱਖ ਕੇ ਤੇ ਉਸ ਸਮੇਂ ਨੂੰ ਵਿਚਾਰ ਕੇ, ਸੰਭਾਲ ਕੇ, ਤੇ ਆਪਾਂ ਜਿਹੜੀ ਆ ਉਹ ਲੜਾਈ ਸਾਨੂੰ ਜਿਹੜੀ ਲੜਨੀ ਚਾਹੀਦੀ ਹੈ। ਤੇ ਸੈਂਟਰ ਤੋਂ ਆਪਾਂ ਹੱਕ ਵੀ ਉਦੋਂ ਲੈ ਸਕਾਂਗੇ ਜਦੋਂ ਪੰਜਾਬ 'ਚ ਰਹਿਣ ਵਾਲੇ ਪੰਜਾਬ ਦੇ ਹੱਕਾਂ ਨੂੰ ਮਹਿਸੂਸ ਕਰਨਗੇ, ਜਿਹੜੇ ਨਹੀਂ ਆਪਾਂ ਨੂੰ ਮਿਲੇ, ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ। ਪਾਣੀ ਪੰਜਾਬ ਦਾ ਸਾਰਿਆਂ ਨੇ ਪੀਣਾ ਆ, ਪੰਜਾਬ 'ਚ ਸਾਰਿਆਂ ਨੇ ਸਾਹ ਲੈਣਾ, ਇੱਧਰ ਦਾ ਅਨਾਜ ਖਾਣਾ, ਸੋ ਇਸ ਕਰਕੇ ਸਾਡਾ ਸਾਰਿਆਂ ਦਾ ਹੱਕ ਬਣਦਾ ਏ। ਉੱਧਰ ਦੂਸਰੇ ਪਾਸੇ ਸਿੱਖਾਂ ਦਾ ਸਾਰਿਆਂ ਦਾ ਹੱਕ ਬਣਦਾ ਇੱਕ ਪਲੇਟਫਾਰਮ ਤੇ ਆਉਣ ਦਾ, ਜਿਹੜੇ ਸਾਡੇ ਰਹਿੰਦੇ ਹੱਕ ਨੇ 47 ਤੋਂ ਬਾਅਦ ਦੇ, ਜਿਹੜੇ ਭਾਵੇਂ ਉਹ ਪਾਣੀਆਂ ਦੇ ਮਸਲੇ, ਇਲਾਕਿਆਂ ਦੇ ਮਸਲੇ, ਬੰਦੀ ਸਿੰਘਾਂ ਦੇ ਮਸਲੇ ਨੇ, ਉਹ ਗੁਰੂ ਮਹਾਰਾਜ ਦੀ ਜਿਹੜੀ ਬੇਅਦਬੀ ਦੇ ਮਸਲੇ ਨੇ, ਹੋਰ ਅਨੇਕਾਂ ਮਸਲੇ ਨੇ, ਉਹ ਸਾਰੇ ਨੂੰ ਹੱਲ ਕਰਨ ਦੇ ਲਈ ਜੇ ਆਪਾਂ ਸਰਕਾਰ ਨਾਲ ਗੱਲ ਕਰਨੀ ਤੇ ਇੱਕ ਪਾਵਰ ਬਣਨਾ ਪੈਂਦਾ ਹੈ। ਤੇ ਪਾਵਰ ਅਸੀਂ ਬਣ ਸਕਦੇ ਹਾਂ ਜੇ ਆਪਾਂ ਇੱਕ ਪਲੇਟਫਾਰਮ ਤੇ ਆਣ ਕੇ ਤੇ ਆਪਣੀ ਆਵਾਜ਼ ਉੱਚੀ ਕਰਕੇ ਤੇ ਸਰਕਾਰ ਤੱਕ ਪਹੁੰਚਾਵਾਂਗੇ। ਬਿਲਕੁਲ ਆਪਾਂ ਇਹ ਲੜਾਈ ਜਿਹੜੀ ਆ ਲੜ ਸਕਦੇ ਹਾਂ। ਜੀ ਬਹੁਤ ਬਹੁਤ ਧੰਨਵਾਦ। ਤਾਂ ਇਹ ਸੀ ਕਵਰਚਰ ਸਿੰਘ, ਜੋ ਕਿ ਨੌਜਵਾਨ ਸਿੱਖ ਆਗੂ ਹੈ। ਨਵੰਬਰ 1984 ਨੂੰ ਜੋ ਦਿੱਲੀ ਵਿੱਚ ਨਸਲਕੁਸ਼ੀ ਹੋਈ, ਉਸ ਦੇ ਸੰਬੰਧੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕੇਂਦਰ ਤੋਂ ਅਸੀਂ ਇਨਸਾਫ ਲੈ ਸਕਦੇ ਹਾਂ, ਲੇਕਿਨ ਉਸ ਦੇ ਲਈ ਸਾਨੂੰ ਸਭ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਇੱਕ ਆਵਾਜ਼ ਮਾਰਨ ਦੀ ਜ਼ਰੂਰਤ ਹੈ। ਜਿੰਨੀ ਦੇਰ ਤੱਕ ਅਸੀਂ ਸਾਰੇ ਇਕੱਠੇ ਨਹੀਂ ਹੋ ਸਕਦੇ, ਵੱਖ-ਵੱਖ ਲੜਦੇ ਰਵਾਂਗੇ, ਉਨੀ ਚਿਰ ਤੱਕ ਕੇਂਦਰ ਵੀ ਸਾਡੇ ਤੇ ਹਾਵੀ ਹੁੰਦੀ ਰਹੇਗੀ। ਲੇਕਿਨ ਸਾਨੂੰ ਲੋੜ ਹੈ ਇਸ ਸਮੇਂ ਸਾਰਿਆਂ ਨੂੰ ਇੱਕ ਮੰਚ ਤੇ ਹੋ ਕੇ, ਇਕੱਠੇ ਹੋ ਕੇ ਆਵਾਜ਼ ਦੇਣ ਦੀ। ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ, ਗਲੋਬਲ ਪੰਜਾਬ ਟੀਵੀ, ਅੰਮ੍ਰਿਤਸਰ।